ਗੁਰਦੁਆਰਾ ਸ੍ਰੀ ਆਨੰਦਗੜ੍ਹ ਸਾਹਿਬ, ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ ਡਿਟੇਲ ਮਾਡਲ ਇਹ ਬਣਾ ਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਨਮੁਖ ਕਰਨ ਜਾ ਰਹੇ ਹਾਂ। ਇਸ ਧਾਰਮਿਕ ਸਥਾਨਾਂ ਦੇ ਮਾਡਲਾਂ ਦੇ ਨਾਲ ਜੋ ਇਤਿਹਾਸ ਲਿਖਿਆ ਹੁੰਦਾ ਹੈ, ਇਹ ਸੰਗਤ ਜਦੋਂ ਜਾਣ ਕੇ ਤੇ ਇਤਿਹਾਸ ਦੇ ਰੂਬਰੂ ਹੋ ਕੇ ਗੁਰਸਿੱਖੀ ਵੱਲ ਨੂੰ ਤੁਰਦੀ ਹੈ, ਗੁਰਸਿੱਖੀ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ ਸੰਗਤ। ਤੇ ਮੈਨੂੰ ਹੋਰ ਜ਼ਿਆਦਾ ਇਸ ਚੀਜ਼ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਇਹ ਜੋ ਕਲਾ ਮਹਾਰਾਜ ਨੇ ਬਖਸ਼ੀ ਹੈ ਸਫਲ ਹੋ ਗਈ। ਕਿੰਨਾ ਕੁ ਡਿਫਿਕਲਟ ਟਾਸਕ ਆ ਔਰ ਕਿੰਨੀ ਕੁ ਮਿਹਨਤ ਦਾ ਕੰਮ ਹੈ ਜਿਹੜਾ ਇਹ ਜੀ ਬਹੁਤ ਬਰੀਕੀ ਦੇ ਵਿੱਚ ਉਤਰਨਾ ਪੈਂਦਾ ਹੈ। ਜਿਸ ਤਰ੍ਹਾਂ ਕਿ ਮੈਂ ਆਪ ਜੀ ਨੂੰ ਦੱਸ ਦੇਵਾਂ, ਤਕਰੀਬਨ 2.5 ਮਹੀਨਿਆਂ ਦਾ ਸਮਾਂ ਲੱਗਿਆ ਇਸ ਨੂੰ ਬਣਾਉਣ ਦੇ ਵਿੱਚ, ਤੇ ਰੋਜ਼ ਮੈਂ 8-10 ਘੰਟੇ ਇਸ ਮਾਡਲ ਨੂੰ ਦਿਆ ਕਰਦਾ ਸੀ। ਤੇ ਕੁਝ ਇੰਪੋਰਟੈਂਟ ਪੇਪਰ ਦੀ ਵਰਤੋਂ ਕਰਕੇ ਮਾਡਲ ਤਿਆਰ ਕੀਤਾ ਜਾਂਦਾ ਹੈ ਤੇ ਹਰ ਚੀਜ਼ ਦਾ ਸੁਚਮ ਦਾ ਵੀ ਧਿਆਨ ਰੱਖਿਆ ਜਾਂਦਾ ਹੈ, ਮਰਿਆਦਾ ਦਾ ਵੀ ਧਿਆਨ ਰੱਖਿਆ ਜਾਂਦਾ। ਉੱਚੀ ਥਾਂ ਤੇ ਰੱਖ ਕੇ, ਜੋੜਿਆਂ ਨੂੰ ਦੂਰ ਰੱਖ ਕੇ, ਸਿਰ ਢੱਕ ਕੇ ਤੇ ਸੁੱਚੇ ਹੱਥਾਂ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਫਿਰ ਜੋ ਸਨੇਹ, ਜੋ ਪਿਆਰ ਸੰਗਤਾਂ ਨੂੰ ਮਿਲ ਰਿਹਾ, ਉਹਨੂੰ ਮੈਂ ਬਿਆਨ ਨਹੀਂ ਕਰ ਸਕਦਾ ਤੇ ਉਹ ਬਹੁਤ ਵੱਡੇ ਪੱਧਰ ਤੇ ਮੇਰੀ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ। ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਜੋ ਕਿ ਕਿਸੇ ਵੀ ਪਹਿਚਾਣ ਦੇ ਮੁਹਤਾਜ ਨਹੀਂ ਹਨ, ਕਿਉਂਕਿ ਲਗਾਤਾਰ ਹੀ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਪੇਪਰ ਦੀ ਮਦਦ ਦੇ ਨਾਲ 7 ਅਜੂਬੇ ਜਿਹੜੇ ਸੀਗੇ ਉਹ ਤਿਆਰ ਕੀਤੇ ਗਏ, ਜਿਸ ਤੋਂ ਬਾਅਦ ਉਹਨਾਂ ਵੱਲੋਂ ਧਾਰਮਿਕ ਸਥਾਨਾਂ ਅਤੇ ਖਾਸ ਤੌਰ 'ਤੇ 10 ਗੁਰੂਆਂ ਦੇ ਜਨਮ ਸਥਾਨਾਂ ਦੇ ਮਾਡਲ ਜਿਹੜੇ ਸੀਗੇ ਉਹ ਵੀ ਤਿਆਰ ਕੀਤੇ ਗਏ। ਜਿਸ ਤੋਂ ਬਾਅਦ ਅੱਜ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਇੱਕ ਹੋਰ ਮਾਡਲ ਤਿਆਰ ਕੀਤਾ ਗਿਆ ਹੈ। ਕੀ ਹੈ ਮਾਡਲ? ਗੱਲਬਾਤ ਕਰਦੇ ਹਾਂ। ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਸਾਡੇ ਨਾਲ ਮੌਜੂਦ ਨੇ। ਗੁਰਪ੍ਰੀਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਪ੍ਰੀਤ ਵੀਰ ਜੀ, ਕਿਹੜਾ ਮਾਡਲ ਜਿਹੜਾ ਆ ਤੁਸੀਂ ਤਿਆਰ ਕੀਤਾ ਹੈ ਔਰ ਕੀ ਸਾਰੀ ਡਿਟੇਲ ਹੈ ਇਸ ਮਾਡਲ? ਮੈਂ ਦੱਸਣਾ ਚਾਹੂੰਗਾ ਕਿ ਗੁਰਦੁਆਰਾ ਸ੍ਰੀ ਆਨੰਦਗੜ੍ਹ ਸਾਹਿਬ, ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ ਡਿਟੇਲ ਮਾਡਲ, ਜਿਹਦੇ ਵਿੱਚ ਕਿ ਪੁਰਾਤਨ ਦਰਸ਼ਨੀ ਜੋੜੀ ਵੀ ਦਿਖਾਈ ਗਈ ਹੈ, ਬੌਲੀ ਸਾਹਿਬ ਵੀ ਦਰਸਾਇਆ ਗਿਆ ਹੈ, ਪੁਰਾਤਨ ਕਿਲ੍ਹਾ ਵੀ ਜੋ ਹੈ ਉਹ ਵੀ ਦਰਸਾਇਆ ਗਿਆ, ਉਹਦੇ ਨਾਲ ਹੀ ਪੁਰਾਤਨ ਖੂਹ ਹੈ। ਇਹ ਸਾਰਾ ਇੱਕ ਮਾਡਲ ਦੇ ਰੂਪ ਦੇ ਵਿੱਚ 4 ਫੁੱਟ ਬਾਈ 2.5 ਫੁੱਟ ਦੇ ਵਿੱਚ ਇਹ ਬਣਾ ਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਨਮੁਖ ਕਰਨ ਜਾ ਰਹੇ ਹਾਂ ਜੀ। ਗੁਰਪ੍ਰੀਤ ਜੀ, ਲਗਾਤਾਰ ਹੀ ਤੁਸੀਂ ਮਾਡਲ, ਬਹੁਤ ਸਾਰੇ ਮਾਡਲ ਤਿਆਰ ਕੀਤੇ ਨੇ। ਕਿੰਨੀ ਕੁ ਖੁਸ਼ੀ ਮਿਲਦੀ ਹੈ ਜਦੋਂ ਦੇਸ਼ ਅਤੇ ਵਿਦੇਸ਼ 'ਚੋਂ ਫੋਨ ਆਉਂਦੇ ਨੇ ਤੁਹਾਡਾ, ਜਾਂ ਜਦੋਂ ਗੱਲਬਾਤ ਕਰਦੇ ਨੇ, ਮਾਡਲ ਦੀ ਤਾਰੀਫ ਕੀਤੀ ਜਾਂਦੀ ਹੈ, ਕਿੰਨੀ ਕੁ ਖੁਸ਼ੀ ਮਿਲਦੀ ਸੀ? ਬਿਲਕੁਲ ਜੀ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਮੈਂ ਸ਼ੁਕਰ ਕਰਦਾ ਹਾਂ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਇਹ ਮੈਨੂੰ ਕਲਾ ਬਖਸ਼ੀ ਹੈ। ਉਹਦੇ ਨਾਲ ਹੀ ਮੈਨੂੰ ਉਹ ਤੋਂ ਵੱਧ ਖੁਸ਼ੀ ਇਹ ਹੁੰਦੀ ਹੈ ਕਿ ਜਦੋਂ ਇਸ ਧਾਰਮਿਕ ਸਥਾਨਾਂ ਦੇ ਮਾਡਲਾਂ ਦੇ ਨਾਲ ਜੋ ਇਤਿਹਾਸ ਲਿਖਿਆ ਹੁੰਦਾ ਹੈ, ਇਹ ਸੰਗਤ ਜਦੋਂ ਜਾਣ ਕੇ ਤੇ ਇਤਿਹਾਸ ਦੇ ਰੂਬਰੂ ਹੋ ਕੇ ਗੁਰਸਿੱਖੀ ਵੱਲ ਨੂੰ ਤੁਰਦੀ ਹੈ, ਗੁਰਸਿੱਖੀ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ ਸੰਗਤ। ਤੇ ਮੈਨੂੰ ਹੋਰ ਜ਼ਿਆਦਾ ਇਸ ਚੀਜ਼ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਇਹ ਜੋ ਕਲਾ ਮਹਾਰਾਜ ਨੇ ਬਖਸ਼ੀ ਹੈ ਸਫਲ ਹੋ ਗਈ। ਗੁਰਪ੍ਰੀਤ ਜੀ, ਲਗਾਤਾਰ ਹੀ ਇਸ ਤਰ੍ਹਾਂ ਦੇ ਮਾਡਲ ਤਿਆਰ ਕਰਨਾ ਜਾਂ ਇਹਨਾਂ ਦੀ ਬਰੀਕੀ ਨੂੰ ਦੇਖਣਾ ਕਿੰਨਾ ਕੁ ਡਿਫਿਕਲਟ ਟਾਸਕ ਲੱਗਦਾ? ਕਿਉਂਕਿ ਛੋਟੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇਹਦੇ ਵਿੱਚ ਦਰਸਾਉਣਾ ਕਿੰਨਾ ਕੁ ਡਿਫਿਕਲਟ ਟਾਸਕ ਆ ਔਰ ਕਿੰਨੀ ਕੁ ਮਿਹਨਤ ਦਾ ਕੰਮ ਹੈ ਜਿਹੜਾ? ਇਹ ਜੀ ਬਹੁਤ ਬਰੀਕੀ ਦੇ ਵਿੱਚ ਉਤਰਨਾ ਪੈਂਦਾ ਹੈ। ਜਿਸ ਤਰ੍ਹਾਂ ਕਿ ਮੈਂ ਆਪ ਜੀ ਨੂੰ ਦੱਸ ਦੇਵਾਂ, ਤਕਰੀਬਨ 2.5 ਮਹੀਨਿਆਂ ਦਾ ਸਮਾਂ ਲੱਗਿਆ ਇਸ ਨੂੰ ਬਣਾਉਣ ਦੇ ਵਿੱਚ, ਤੇ ਰੋਜ਼ ਮੈਂ 8-10 ਘੰਟੇ ਇਸ ਮਾਡਲ ਨੂੰ ਦਿਆ ਕਰਦਾ ਸੀ। ਤੇ ਇਸ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਇਸ ਪਵਿੱਤਰ ਸਥਾਨ ਤੇ ਗਿਆ, ਨਤਮਸਤਕ ਹੋ ਕੇ ਤੇ ਅਰਦਾਸ ਬੇਨਤੀ ਕਰਕੇ ਕਾਰਜ ਸ਼ੁਰੂ ਕੀਤਾ ਕਿ ਵਾਹਿਗੁਰੂ ਜੀ ਆਪ ਕਿਰਪਾ ਕਰਕੇ ਸ਼ੁਰੂ ਕਰਵਾ ਦਿਓ। ਤੇ ਇਹ ਜਿਹੜਾ ਹੈਗਾ ਸਮੁੱਚੀ ਵੀਡੀਓਗ੍ਰਾਫੀ, ਫੋਟੋਗ੍ਰਾਫੀ ਕਰਕੇ ਉਸ ਤੋਂ ਬਾਅਦ ਇਹ ਮਾਡਲ ਤਿਆਰ ਹੁੰਦਾ। ਗੁਰਪ੍ਰੀਤ ਜੀ, ਜੇਕਰ ਗੱਲ ਕੀਤੀ ਜਾਵੇ ਕਿਹੜੀ ਚੀਜ਼ ਜਿਹੜੀ ਹੈ ਇਸਤੇਮਾਲ ਕੀਤੀ ਜਾਂਦੀ ਹੈ ਔਰ ਕਿਸ ਤਰ੍ਹਾਂ ਇਹਨੂੰ ਕੱਲੀ ਡਿਟੇਲ ਕਿਸ ਤਰ੍ਹਾਂ ਫਿਰ ਤੁਸੀਂ ਇਹਦੀ ਤਿਆਰ ਕਰਦੇ ਹੋ ਨਾ? ਇਹਦੇ ਵਿੱਚ ਪਲਾਸਟਿਕ ਮਟੀਰੀਅਲ, ਫਾਈਬਰ ਮਟੀਰੀਅਲ, ਵੁਡਨ ਜਿਹੜਾ ਹੈਗਾ ਵਾਟਰਪ੍ਰੂਫ ਮਟੀਰੀਅਲ ਤੇ ਕੁਝ ਇੰਪੋਰਟੈਂਟ ਪੇਪਰ ਦੀ ਵਰਤੋਂ ਕਰਕੇ ਮਾਡਲ ਤਿਆਰ ਕੀਤਾ ਜਾਂਦਾ ਹੈ। ਤੇ ਹਰ ਚੀਜ਼ ਦਾ ਸੁਚਮ ਦਾ ਵੀ ਧਿਆਨ ਰੱਖਿਆ ਜਾਂਦਾ ਹੈ, ਮਰਿਆਦਾ ਦਾ ਵੀ ਧਿਆਨ ਰੱਖਿਆ ਜਾਂਦਾ। ਉੱਚੀ ਥਾਂ ਤੇ ਰੱਖ ਕੇ, ਜੋੜਿਆਂ ਨੂੰ ਦੂਰ ਰੱਖ ਕੇ, ਸਿਰ ਢੱਕ ਕੇ ਤੇ ਸੁੱਚੇ ਹੱਥਾਂ ਦੇ ਨਾਲ ਤਿਆਰ ਕੀਤਾ ਜਾਂਦਾ ਹੈ।
ਤੇ ਇਹਦੇ ਵਿੱਚ ਮਾਡਲ ਦੇ ਵਿੱਚ ਕਾਫੀ ਸਾਰੀਆਂ ਖੂਬੀਆਂ ਕਿ ਕਾਫੀ ਅਪ ਡਾਊਨ ਦਿਖਾਇਆ ਗਿਆ, ਕਿਉਂਕਿ ਇਹ ਪੁਰਾਤਨ ਪਹਾੜੀ ਦੇ ਵਿੱਚ ਉੱਤੇ ਮੌਜੂਦ ਹੈ। ਤੁਸੀਂ ਦੇਖ ਰਹੇ ਹੋ ਕਿ ਥੱਲੇ ਇੱਕ ਦਰਸ਼ਨੀ ਡਿਓੜੀ ਹੈ ਜੋ ਕਿ 1934 ਦੇ ਕਰੀਬ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਜਿਹੜੇ ਹੋਏ ਸੀ, ਇਹ ਜੋ ਸਥਾਨ ਪਹਾੜੀ ਰਾਜਿਆਂ ਵੇਲੇ ਜਿਹੜਾ ਹੈਗਾ ਸਮੁੱਚਾ ਢਹਿ ਢੇਰੀ ਹੋ ਗਿਆ ਸੀਗਾ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪਵਿੱਤਰ ਸਥਾਨ ਤੇ 1699 ਨੂੰ ਆਏ ਸੀਗੇ ਤੇ ਸੰਨ 1699 ਨੂੰ ਜਿਸ ਵੇਲੇ ਖਾਲਸੇ ਦੀ ਸਾਜਨਾ ਕੀਤੀ ਸੀ, ਕੇਸਗੜ੍ਹ ਸਾਹਿਬ ਜੋ ਸਥਾਨ ਮੌਜੂਦ ਹੈ ਉਸ ਜਗ੍ਹਾ ਤੇ ਟੈਂਟ ਲਾ ਕੇ ਉਸ ਖਾਲਸੇ ਦੀ ਸਿਰਜਣਾ ਕੀਤੀ ਸੀ ਤੇ ਇਸੇ ਹੀ ਸਥਾਨ ਤੋਂ ਜਾ ਕੇ ਉਹਨਾਂ ਨੇ ਉੱਥੇ ਖਾਲਸੇ ਦੀ ਸਿਰਜਣਾ ਕੀਤੀ ਸੀ। ਇਸੇ ਹੀ ਪਹਾੜੀ ਨੂੰ ਜੋ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਇੱਥੇ ਹੀ ਜੋ ਮੁਗਲਾਂ ਨੇ ਘੇਰਾ ਪਾਇਆ ਸੀਗਾ ਤੇ ਕਾਫੀ ਸਾਰੇ ਇਤਿਹਾਸ ਹੈ ਜੋ ਕਿ ਸਾਰੇ ਦਰਸਾਏ ਗਏ ਹੈ। ਸੋ ਕਾਫੀ ਸੰਤਾਂ ਮਹਾਂਪੁਰਖਾਂ ਦੀ ਸੇਵਾ ਸਦਕਾ ਇਹ ਦੁਬਾਰਾ ਜੋ ਇਤਿਹਾਸਕ ਸਥਾਨ ਹੈ ਦਰਸ਼ਨਾਂ ਦੀਦਾਰਾਂ ਲਾਇਕ ਹੋ ਸਕੇ ਨੇ। ਲਗਾਤਾਰ ਹੀ ਜੇਕਰ ਪੰਜਾਬ ਦੀ ਨੌਜਵਾਨੀ ਦੀ ਗੱਲ ਕੀਤੀ ਜਾਵੇ, ਕਈ ਲੋਕਾਂ ਨੂੰ ਨਹੀਂ ਇਤਿਹਾਸ ਦਾ ਪਤਾ ਹੋਏਗਾ। ਕੀ ਲੱਗਦਾ ਕਿ ਇਸ ਤਰ੍ਹਾਂ ਦੇ ਮਾਡਲ ਲੋਕਾਂ ਨੂੰ ਜਾਂ ਖਾਸ ਤੌਰ 'ਤੇ ਨੌਜਵਾਨਾਂ ਨੂੰ ਸੇਧ ਦੇਣ ਲਈ ਕੰਮ ਆਉਣ? ਬਿਲਕੁਲ ਜੀ, ਦੇਖੋ ਇੱਕ ਇਨਸਾਨ ਕੋਈ ਕਾਰਜ ਕਰਦਾ ਹੈ ਤੇ ਉਹ ਤੋਂ ਜਦੋਂ ਹਜ਼ਾਰਾਂ ਲੱਖਾਂ ਲੋਕ ਪ੍ਰਭਾਵਿਤ ਹੁੰਦੇ ਹੈ ਤੇ ਲੋਕ ਕਾਲਸ ਕਰਦੇ ਆ ਪੂਰੇ ਵਰਲਡ ਤੋਂ ਕਿ ਇਹ ਤੁਸੀਂ ਮਾਡਲ ਬਣਾਇਆ, ਅਸੀਂ ਲੈਣਾ ਚਾਹੁੰਦੇ ਹਾਂ ਜਾਂ ਰੱਖਣਾ ਚਾਹੁੰਦੇ ਹਾਂ ਜਾਂ ਨਗਰ ਕੀਰਤਨ ਲਈ ਸਾਨੂੰ ਚਾਹੀਦਾ ਹੈ ਜਾਂ ਅਜਾਇਬ ਘਰ ਲਈ ਚਾਹੀਦਾ। ਤੇ ਮੈਂ ਸ਼ੁਕਰ ਕਰਦਾ ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕਿ ਉਹ ਜੋ ਸੇਵਾ ਮੇਰੇ ਲੇਖੇ ਲਾਈ ਸੀ ਉਹ ਸਫਲ ਹੋ ਰਹੀ ਹੈ। ਲੋਕ ਲਾਹਾ ਲੈਣਾ ਚਾਹੁੰਦੇ ਹੈ ਕਿ ਅਸੀਂ ਆਪਣੇ ਅਜਾਇਬ ਘਰ 'ਚ ਰੱਖਣਾ ਚਾਹੁੰਦੇ ਹਾਂ ਜਾਂ ਯੂਥ ਜਿਹੜਾ ਹੈਗਾ ਕਾਲ ਕਰਦਾ। ਤੇ ਮੈਂ ਸੋਚਦਾ ਕਿ ਇਹ ਜੋ ਇਤਿਹਾਸ ਹੈ, ਜਦੋਂ ਸਾਡੇ ਸਿੱਖੀ ਇਤਿਹਾਸ ਨਾਲ ਸਾਡਾ ਯੂਥ ਜੁੜੇਗਾ ਤੇ ਜ਼ਰੂਰ ਗੁਰੂ ਵੱਲ ਵੀ ਮੁੜ ਆਵੇਗਾ। ਗੁਰਪ੍ਰੀਤ ਜੀ, ਜਿਸ ਤਰ੍ਹਾਂ ਮੇਰੀ ਸ਼ੁਰੂਆਤ ਦੇ ਵਿੱਚ ਕਿਹਾ ਕਿ 7 ਅਜੂਬੇ ਤੁਹਾਡੇ ਵੱਲੋਂ ਤਿਆਰ ਕਰਵਾਏ ਗਏ, ਉਸ ਤੋਂ ਬਾਅਦ ਧਾਰਮਿਕ ਖੇਤਰ 'ਚ ਤੁਸੀਂ ਆਪਣਾ ਬੜਾ ਵਧੀਆ ਰੋਲ ਅਦਾ ਕਰ ਰਹੇ ਹੋ। ਦੋਨਾਂ ਵਿੱਚ ਕੀ ਡਿਫਰੈਂਸ ਲੱਗਾ ਤੁਹਾਨੂੰ? ਕਿਉਂਕਿ ਜੇ 7 ਅਜੂਬੇ ਬਣਾਉਣਾ ਡਿਫੀਕਲਟ ਲੱਗੇ ਜਾਂ ਜਿਹੜੇ ਗੁਰਧਾਮ ਬਣਾਏ ਸੀਗੇ, 10 ਗੁਰੂ ਸਾਹਿਬਾਨ ਜਨਮ ਸਥਾਨ ਬਣਾਏ ਗਏ ਨੇ, ਉਹ ਤੁਹਾਨੂੰ ਡਿਫੀਕਲਟ ਲੱਗੇ? ਦੇਖੋ ਜੀ, ਅੱਜ ਤੋਂ 20 ਸਾਲ ਪਹਿਲਾਂ ਜਦੋਂ ਮੈਂ ਇਸ ਕਲਾ ਦੀ ਸ਼ੁਰੂਆਤ ਕੀਤੀ ਸੀਗੀ ਤਾਂ ਉਹਨਾਂ ਨਾਲ ਮੈਨੂੰ ਪ੍ਰਸਿੱਧੀ ਤਾਂ ਬਹੁਤ ਮਿਲੀ, 7 ਅਜੂਬੇ ਦੁਨੀਆ ਦੇ ਮੈਂ ਜਦੋਂ ਬਣਾਏ। ਲੇਕਿਨ ਜੋ ਪਰਮਾਤਮਾ ਦੀ ਕਿਰਪਾ ਸਦਕਾ ਜਿਹੜੀ ਬਖਸ਼ਿਸ਼ ਪ੍ਰਾਪਤ ਹੋਈ, ਜਿਹੜਾ ਮਾਣ ਸਤਿਕਾਰ ਅਦਬ ਮਿਲਣਾ ਸ਼ੁਰੂ ਹੋਇਆ, ਇਹ ਜਦੋਂ ਮੈਂ ਸ੍ਰੀ ਪੰਜਾ ਸਾਹਿਬ ਨਨਕਾਣਾ ਸਾਹਿਬ ਜੀ ਦੇ ਮਾਡਲ ਬਣਾਏ, ਦਰਬਾਰ ਸਾਹਿਬ ਜੀ ਦਾ ਮਾਡਲ ਬਣਾਇਆ ਅਤੇ ਪਾਕਿਸਤਾਨ ਦੇ ਹੋਰ ਵਿਛੜੇ ਗੁਰਧਾਮਾਂ ਦੇ ਮਾਡਲ ਬਣਾਏ, 10 ਪਾਤਸ਼ਾਹੀਆਂ ਦੇ ਜਨਮ ਸਥਾਨ ਬਣਾਏ, ਫਿਰ ਜੋ ਸਨੇਹ ਜੋ ਪਿਆਰ ਸੰਗਤਾਂ ਵੱਲੋਂ ਮਿਲ ਰਿਹਾ ਉਹਨੂੰ ਮੈਂ ਬਿਆਨ ਨਹੀਂ ਕਰ ਸਕਦਾ। ਤੇ ਉਹ ਬਹੁਤ ਵੱਡੇ ਪੱਧਰ ਤੇ ਮੇਰੀ ਜ਼ਿੰਦਗੀ 'ਚ ਵਿੱਚ ਬਦਲਾਵ ਆਇਆ ਤੇ ਉਹ ਬਦਲਾਵ ਹੀ ਅੱਜ ਮੈਨੂੰ ਨਿਰੰਤਰ ਉਸੇ ਰਸਤੇ ਤੇ ਲੈ ਕੇ ਜਾ ਰਿਹਾ। ਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਇਸ ਤਰ੍ਹਾਂ ਦੀਆਂ ਧਾਰਮਿਕ ਸਥਾਨਾਂ ਦੀ ਜੋ ਸੇਵਾ ਮੇਰੇ ਲਾਇਕ ਸੰਗਤ ਲਾਉਂਦੀ ਰਹੇ ਤੇ ਮੈਂ ਦੇਸ਼ ਦੇ ਦੀਆਂ ਸੰਗਤਾਂ ਲਈ ਪੂਰੇ ਵਰਲਡ 'ਚ ਕਿਤੇ ਵੀ ਹਾਜ਼ਰ ਹੋ ਜਾਵਾਂ। ਗੁਰਪ੍ਰੀਤ ਜੀ, ਹਰ ਇੱਕ ਬੰਦੇ ਦਾ ਏਮ ਹੁੰਦਾ ਹੈ ਕਿ ਮੈਂ ਆਹ ਚੀਜ਼ ਬਣਾਉਣਾ ਚਾਹੁੰਦਾ। ਤੁਹਾਡਾ ਕੋਈ ਏਮ ਹੈ ਕਿ ਮੈਂ ਆਹ ਮਾਡਲ ਤਿਆਰ ਕਰਾਂਗਾ ਤਾਂ ਲੱਗੇਗਾ ਕਿ ਮੇਰੀ ਜ਼ਿੰਦਗੀ ਜਿਹੜੀ ਆ ਉਹ ਸਫਲ ਹੋ ਗਈ ਹੈ? ਦੇਖੋ ਜੀ, ਮੈਂ ਹੁਣੇ ਆਪ ਜੀ ਨੂੰ ਬੇਨਤੀ ਕੀਤੀ ਕਿ ਜਿੱਥੇ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਦਾ ਮਾਡਲ ਬਣਾਇਆ, ਇਸ ਤੋਂ ਪਹਿਲਾਂ ਮੈਂ ਪੁਰਾਤਨ ਸ੍ਰੀ ਦਰਬਾਰ ਸਾਹਿਬ ਜੀ ਦਾ ਵੀ ਮਾਡਲ ਬਣਾਇਆ ਸੀ ਜਦੋਂ ਸੋਨੇ ਦੀ ਸੇਵਾ ਨਹੀਂ ਹੋਈ ਸੀ। ਤੇ ਉਹਦੇ ਨਾਲ ਹੀ ਕਾਫੀ ਸਾਰੇ ਜਿਹੜੇ ਹੋਰ ਧਾਰਮਿਕ ਸਥਾਨਾਂ 'ਤੇ ਮੈਂ ਮਾਡਲ ਬਣਾ ਚੁੱਕਿਆ। ਮੇਰੇ ਦਿਲ ਦੀ ਇੱਕ ਹੀ ਇੱਛਾ ਹੈ, ਚਾਹੇ ਭਾਰਤ ਦੇ ਵਿੱਚ ਚਾਹੇ ਭਾਰਤ ਤੋਂ ਬਾਹਰ, ਜਿੱਥੇ ਵੀ ਸੰਗਤਾਂ ਦਾ ਹੁਕਮ ਹੋਏਗਾ ਜਾਂ ਸ਼੍ਰੋਮਣੀ ਕਮੇਟੀ ਦਾ ਹੁਕਮ ਹੋਏਗਾ, ਮੈਂ ਇੱਕ ਅਜਾਇਬ ਘਰ ਬਣਾਉਣਾ ਚਾਹੁੰਦਾ ਜਿਹਦੇ ਵਿੱਚ ਕਿ ਸਮੁੱਚਾ ਸਿੱਖ ਇਤਿਹਾਸ ਸਮੋਇਆ ਹੋਵੇ, ਜਿੱਥੋਂ ਤਾਈਂ ਹੋ ਸਕੇ, ਪੋਸੀਬਲ ਹੋ ਸਕੇ। 10 ਪਾਤਸ਼ਾਹੀਆਂ ਦੇ ਜਨਮ ਸਥਾਨ, 5 ਤਖ਼ਤ ਸਾਹਿਬਾਨਾਂ ਦੇ ਮਾਡਲ, ਪਾਕਿਸਤਾਨ ਦੇ ਮਾਡਲ, ਉਸ ਤੋਂ ਇਲਾਵਾ ਹੋਰ ਸਾਰਾ ਸਣੇ ਇਤਿਹਾਸ ਰੱਖਿਆ ਜਾਵੇ ਤਾਂ ਇੱਕ ਨਿਵੇਕਲੀ ਇੱਕ ਪਹਿਲ ਹੋਏਗੀ ਜਿਹੜੀ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਹੋਏਗੀ। ਚਾਹੇ ਉਹ ਸੰਗਤ ਇੰਡੀਆ ਤੋਂ ਬਾਹਰ ਹੁਕਮ ਲਾਏਗੀ ਉੱਥੇ ਵੀ ਮੈਂ ਹਾਜ਼ਰ ਹੋਊਂਗਾ, ਚਾਹੇ ਇੰਡੀਆ 'ਚ ਹੁਕਮ ਲਾਏਗੀ ਉੱਥੇ ਮੈਂ ਹਾਜ਼ਰ। ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਸੀਗੇ, ਤੁਸੀਂ ਬਹੁਤ ਸਾਰੇ ਮਾਡਲਸ ਜਿਹੜੇ ਸੀਗੇ ਇੱਥੇ ਤਿਆਰ ਕੀਤੇ ਆ, ਉਹਦੇ ਵਿੱਚ ਤੁਸੀਂ ਇੱਕ ਵਾਈਟ ਹਾਊਸ ਦਾ ਮਾਡਲ ਵੀ ਤਿਆਰ ਕੀਤਾ ਆ। ਇਹ ਕਿਉਂ ਤੁਸੀਂ ਬਣਾਇਆ ਸੀਗਾ ਔਰ ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਵਾਈਟ ਹਾਊਸ ਦਾ ਵੀ ਆਇਆ ਸੀ? ਜਿਸ ਵੇਲੇ ਪਿਛਲੇ ਸਮੇਂ ਦੇ ਵਿੱਚ ਵੱਖ-ਵੱਖ ਸਮੇਂ ਦੇ ਵਿੱਚ ਰਾਸ਼ਟਰਪਤੀ ਨਵੇਂ ਚੁਣੇ ਜਾਂਦੇ ਨੇ, ਜਿਸ ਵੇਲੇ ਬਰਾਕ ਓਬਾਮਾ ਜੀ ਚੁਣੇ ਗਏ ਸੀਗੇ, ਉਸ ਵੇਲੇ ਮੈਂ ਇਹ ਮਾਡਲ ਤਿਆਰ ਕੀਤਾ ਸੀਗਾ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਬਹੁਤ ਪਿਆਰ ਕੀਤਾ ਗਿਆ ਕਿ ਇਸ ਤਰ੍ਹਾਂ ਦਾ ਡਿਟੇਲ ਮਾਡਲ, ਕਿਉਂਕਿ ਇੰਡੀਆ ਦੇ ਵਿੱਚ ਅੱਜ ਤੱਕ ਕਿਸੇ ਨੇ ਪੇਪਰ ਆਰਟ ਨਾਲ ਬਣਾਇਆ ਨਹੀਂ ਸੀ ਤੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਇਸ ਤਰ੍ਹਾਂ ਦੇ ਜਦੋਂ ਮਾਡਲ ਤਿਆਰ ਕਰੀਦੇ ਆ। ਵੱਡੀਆਂ ਜੋ ਵਰਲਡ ਰੈਕਡ ਬੁੱਕ ਨੇ, ਕਿਉਂਕਿ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸੇ ਹੀ ਕਲਾਕ੍ਰਿਤਾਂ ਦੇ ਬਲਬੂਤੇ ਤੇ ਮਹਾਰਾਜ ਦੀ ਕਿਰਪਾ ਨਾਲ ਮੈਨੂੰ 17 ਵਰਲਡ ਰੈਕਡਸ ਤੇ 7 ਨੈਸ਼ਨਲ ਰੈਕਡਸ ਜੋ ਮੇਰੇ ਨਾਂ ਤੇ ਦਰਜ ਨੇ। ਤੇ ਇਸ ਤਰ੍ਹਾਂ ਦੇ ਮਾਡਲ ਬਣਾਉਂਦੇ ਜਾਂਦੇ ਆ ਤੇ ਸੰਗਤਾਂ ਵੱਲੋਂ ਪਿਆਰ ਮਿਲਦਾ ਰਹਿੰਦਾ ਤੇ ਕਰਦਾ। ਕੀ ਖੁਸ਼ੀ ਨਹੀਂ ਹੁੰਦੀ ਕਿ ਲੋਕ ਵਾਈਟ ਹਾਊਸ ਜਾਣ ਲਈ ਤਰਸਦੇ ਨੇ, ਤੁਸੀਂ ਤਾਂ ਵਾਈਟ ਹਾਊਸ ਹੀ ਆਪਣੇ ਘਰ ਰੱਖ ਲਿਆ? ਬਿਲਕੁਲ ਜੀ, ਇਸ ਸਟੂਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਦੁਨੀਆ ਦੇ 7 ਅਜੂਬਿਆਂ ਦੇ ਮਾਡਲ ਵੀ ਪਏ ਨੇ, ਵਾਈਟ ਹਾਊਸ ਵੀ ਇੱਥੇ ਹੀ ਪਿਆ। ਤੇ ਧਾਰਮਿਕ ਨਜ਼ਰੀਏ ਨਾਲ ਦੇਖੀਏ ਤਾਂ ਮੈਂ ਹਰ ਧਰਮ ਦਾ ਜੋ ਆਦਰ ਸਤਿਕਾਰ ਅਦਬ ਕਰਦਾ। ਮੈਂ ਮੱਕਾ ਕਾਬਾ ਦਾ ਵੀ ਮਾਡਲ ਬਣਾਇਆ ਹੈ, ਹਿੰਦੂਇਜ਼ਮ ਨਾਲ ਜੁੜੇ ਵੀ ਮਾਡਲ ਤਿਆਰ ਕੀਤੇ ਨੇ, ਕ੍ਰਿਸਚਨ ਧਰਮ ਨਾਲ ਰਿਲੇਟਡ ਵੀ ਮਾਡਲ ਬਣਾਏ ਨੇ ਤੇ ਸਿਰਫ ਦਰਬਾਰ ਸਾਹਿਬ ਵੀ ਬਣਾਇਆ। ਤਾਂ ਸਭ ਦਾ ਮੈਂ ਅਦਬ ਸਤਿਕਾਰ ਕਰਦਾ। ਇਸ ਕਰਕੇ ਇਸ ਕਮਰੇ ਦੇ ਵਿੱਚ ਤੁਹਾਨੂੰ ਸਾਰੇ ਰੰਗ ਮਿਲਣਗੇ।
ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਮਾਡਲ ਤਿਆਰ ਕੀਤੇ, ਜਿਸ ਤਰ੍ਹਾਂ 400 ਸਾਲ ਪੁਰਾਣਾ ਤੁਸੀਂ ਹਰਿਮੰਦਰ ਸਾਹਿਬ ਦਾ ਮਾਡਲ ਤਿਆਰ ਕੀਤਾ, ਫਿਰ ਲੋਕਾਂ ਨੇ ਕਿੰਨਾ ਕੁ ਪ੍ਰੇਜ਼ ਕੀਤਾ? ਕਿਉਂਕਿ ਲੋਕ ਦੇਖਣਾ ਪਸੰਦ ਕਰਦੇ ਹੋਣਗੇ ਕਿ 400 ਸਾਲ ਪੁਰਾਣਾ ਹਰਿਮੰਦਰ ਸਾਹਿਬ ਕਿਸ ਤਰ੍ਹਾਂ ਦਿਖਦਾ ਸੀਗਾ ਜਦੋਂ 골ਡ ਨਹੀਂ ਸੀ ਲੱਗਾ। ਫਿਰ ਲੋਕਾਂ ਨੇ ਕਿਸ ਤਰ੍ਹਾਂ ਤੁਹਾਨੂੰ ਉੱਥੇ ਪ੍ਰੇਜ਼ ਕੀਤੀ ਕਿ ਇਹ ਮਾਡਲ ਹਿੰਦੁਸਤਾਨ 'ਚ ਵੀ ਹੈਗਾ ਕਿ ਵਿਦੇਸ਼ 'ਚ ਵੀ ਹੈਗਾ ਇਹ ਨਾਲ ਦਾ ਮਾਡਲ? ਮੈਂ ਆਪ ਜੀ ਨੂੰ ਦੱਸ ਦੇਵਾਂ ਕਿ ਇਸ ਜੋ ਮਾਡਲ ਹੈ ਸਭ ਤੋਂ ਪਹਿਲਾਂ ਦਾਸ ਨੇ ਤਿਆਰ ਕੀਤਾ ਸੀਗਾ। 400 ਸਾਲ ਪੁਰਾਣੀ ਤਕਰੀਬਨ ਜੋ ਦਿੱਖ ਸੀਗੀ, ਜਿਹਦੇ ਵਿੱਚ ਕਿ ਕੱਚੀ ਪਰਿਕਰਮਾ ਨਜ਼ਰ ਆ ਰਹੀ ਹੈ, ਬਿਨਾਂ ਸੋਨੇ ਤੋਂ ਇਹ ਜੋ ਇਮਾਰਤ ਸਾਰੀ ਨਜ਼ਰ ਆ ਰਹੀ ਹੈ, ਦਰਸ਼ਨੀ ਜੋੜੀ ਬ੍ਰਿਜ ਤੇ ਸ੍ਰੀ ਦਰਬਾਰ ਸਾਹਿਬ। ਮੈਂ ਦੱਸ ਦੇਵਾਂ ਕਿ ਇਹ ਮਾਡਲ ਬਣਾਉਣ ਲਈ ਮੈਨੂੰ ਆਸਟ੍ਰੇਲੀਆ ਵੱਲੋਂ ਇੱਕ ਜੋ ਹੈ ਵਰਲਡ ਰਿਕਾਰਡ ਦੇ ਕੇ ਨਿਵਾਜਿਆ ਗਿਆ ਸੀਗਾ, ਵਰਲਡ ਬੁੱਕ ਆਫ ਰਿਕਾਰਡ ਜੋ ਦੇ ਕੇ ਨਿਵਾਜਿਆ ਗਿਆ ਸੀਗਾ, ਜੋ ਕਿ ਅੱਜ ਤੱਕ ਦੁਨੀਆ 'ਚ ਪਹਿਲਾਂ ਕਿਸੇ ਨੇ ਵੀ ਇਹ ਵਿਲੱਖਣ ਯੂਨੀਕ ਮਾਡਲ ਨਹੀਂ ਤਿਆਰ ਕੀਤਾ ਸੀਗਾ। ਉਹਦੇ ਲਈ ਇਹ ਵਰਲਡ ਰਿਕਾਰਡ ਮਿਲਿਆ ਸੀ। ਕੀ ਲੱਗਦਾ ਹੈ ਕਿ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਜਿਹੜਾ ਆ ਉਹ ਲਗਾਤਾਰ ਹੀ, ਕਿਉਂਕਿ ਹਮੇਸ਼ਾ ਪੇਪਰ ਦੀ ਗੱਲ ਕੀਤੀ ਜਾਵੇ ਤੇ ਪੇਪਰ ਨੂੰ ਬੜਾ ਸੌਫਟ ਜਿਹੜਾ ਮਟੀਰੀਅਲ ਮੰਨਿਆ ਗਿਆ ਹੈ, ਹਮੇਸ਼ਾ ਖਰਾਬ ਹੋਣ ਦੀ ਜਿਹੜੀ ਉਹਦੀ ਪ੍ਰੋਬਲਮ ਲੱਗਦੀ ਹੈ ਕਿ ਇਹ ਖਰਾਬ ਨਾ ਕਿਤੇ ਹੋ ਜੇ, ਫਿਰ ਕਿਸ ਤਰ੍ਹਾਂ ਇਹਨੂੰ ਸੰਭਾਲਿਆ ਜਾਂਦਾ ਗੁਰਪ੍ਰੀਤ ਜੀ? ਕਿਉਂਕਿ ਲਗਾਤਾਰ ਹੀ ਜੇਕਰ ਗੱਲ ਕੀਤੀ ਜਾਵੇ ਇਸ ਸਾਰੇ ਮਟੀਰੀਅਲ ਦੀ, ਤਾਂ ਤੁਸੀਂ ਜਿਸ ਤਰ੍ਹਾਂ ਦੱਸਦੇ ਪਏ ਕਿ ਪੇਪਰ ਦੇ ਨਾਲ ਤੁਸੀਂ ਬਣਾਉਂਦੇ ਹੋ, ਫਿਰ ਸੰਭਾਲਣ 'ਚ ਕੋਈ ਮੁਸ਼ਕਿਲ ਤਾਂ ਨਹੀਂ ਆਉਂਦੀ ਨਾ? ਐਕਚੁਅਲੀ ਸਭ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਇਹ ਮਾਡਲ ਜਦੋਂ ਤਿਆਰ ਹੋ ਗਿਆ, ਇਸ ਤੋਂ ਬਾਅਦ ਇਹਨੂੰ ਅਸੀਂ ਐਕ੍ਰੈਲਿਕ ਗਲਾਸ ਦੇ ਅੰਦਰ ਪੈਕ ਕਰ ਦੇਣਾ। ਵਰਲਡ 'ਚ ਕਿਤੇ ਵੀ ਇਸ ਨੂੰ ਲਿਜਾਇਆ ਜਾ ਸਕਦਾ। ਅਤੇ ਇਹ ਹੁਣ ਜੋ ਮੈਂ ਰੀਸੈਂਟਲੀ ਕਾਫੀ ਸਾਰੇ ਮਾਡਲ ਜੋ ਤਿਆਰ ਕਰਦੇ ਹਾਂ, ਉਹਦੇ ਵਿੱਚ ਸੋਲਿਡ ਮਟੀਰੀਅਲ ਵੀ ਯੂਜ਼ ਕੀਤੇ ਜਾਂਦੇ ਨੇ, ਜਿਸ ਤਰ੍ਹਾਂ ਕਿ ਫਾਈਬਰ, ਪਲਾਸਟਿਕ ਜਾਂ MDF ਸੀਟਸ, ਜੋ ਸੋਲਿਡ ਮਟੀਰੀਅਲ ਨੇ, ਵਾਟਰਪ੍ਰੂਫ। ਅਤੇ ਇਸ ਤਰ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਇਹਨਾਂ ਦੀ ਉਮਰ ਜੋ ਹੈ 70 ਸਾਲ 80 ਸਾਲ ਜਾਂ 100 ਸਾਲ ਹੋ ਸਕੇ। ਤਾਂ ਇੱਕ ਨਾਮ ਮੇਰੇ ਨਾਮ ਦੇ ਨਾਲ ਜੁੜਿਆ ਹੈ ਕਿ ਪੇਪਰ ਆਰਟਿਸਟ, ਲੇਕਿਨ ਮੈਂ ਸਮੇਂ ਸਿਰ ਵਕਤ ਦੇ ਬਦਲਾਵ ਦੇ ਨੂੰ ਦੇਖਦਿਆਂ ਹੋਇਆਂ ਸੋਲਿਡ ਮਟੀਰੀਅਲ ਵੀ ਵਰਤੋਂ ਸ਼ੁਰੂ ਕਰ ਦਿੱਤੇ। ਇੱਕ ਭਾਵਕ ਕੁਐਸਚਨ ਜ਼ਰੂਰ ਮੇਰਾ ਹੈਗਾ, ਕਿਉਂਕਿ 1984 ਸਿੱਖ ਨਸਲਕੁਸ਼ੀ ਦਾ ਉਹ ਦੌਰ ਜ਼ਿੰਦਗੀ 'ਚ ਕੋਈ ਵਿਅਕਤੀ ਨਹੀਂ ਭੁੱਲ ਸਕਦਾ, ਚਾਹੇ ਉਹ ਹਿੰਦੂ ਹੋਵੇ, ਚਾਹੇ ਉਹ ਮੁਸਲਮਾਨ ਹੋਵੇ, ਚਾਹੇ ਉਹ ਸਿੱਖ ਹੋਵੇ, ਚਾਹੇ ਉਹ ਈਸਾਈ ਹੋਵੇ। ਕੀ ਤੁਸੀਂ ਜਦੋਂ ਉਹਦਾ ਮਾਡਲ ਤਿਆਰ ਕਰ ਰਹੇ ਸੀਗੇ, ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਭਾਵੁਕਤਾ ਸੀਗਾ? ਕਿਉਂਕਿ ਲੋਕ ਬਹੁਤ ਸ਼ਹੀਦ ਹੋਏ ਸੀਗੇ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵੀ ਉਸ ਜਗ੍ਹਾ 'ਤੇ ਜਿਹੜੇ ਸ਼ਹੀਦ ਹੋਏ ਸੀਗੇ। ਫਿਰ ਕਿਸ ਤਰ੍ਹਾਂ ਦਿਮਾਗ 'ਚ ਤੁਹਾਡੇ ਇਹ ਵੀ ਮਾਡਲ ਆਇਆ? ਕਿਉਂਕਿ ਅਸੀਂ ਦੇਖ ਰਹੇ ਸੀਗੇ ਤੁਸੀਂ ਸਾਹਮਣੇ ਉੱਪਰ ਰੱਖਿਆ ਹੋਇਆ ਮਾਡਲ ਉਹਨੂੰ, ਔਰ ਕਿਸ ਤਰ੍ਹਾਂ ਫਿਰ ਤੁਹਾਡੇ ਦਿਮਾਗ 'ਚ ਆਇਆ? ਉਸ ਤੋਂ ਬਾਅਦ ਥੱਲੇ ਜਿਹੜਾ ਮਾਡਲ ਦੇਖਦੇ ਪਏ ਆ, ਉਹ ਜਿਹੜਾ ਹੁਣ ਇਸ ਸਮੇਂ ਪੁਰਾਤਨ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਮਾਡਲ ਆ, ਇਹ ਫਿਰ ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਆਇਆ ਕਿ ਪਹਿਲਾਂ ਉਹ ਮਾਡਲ ਬਣਾਇਆ ਜਾਵੇ ਫਿਰ ਇਹ ਮਾਡਲ ਬਣਾਇਆ ਜਾਵੇ? ਦੇਖੋ ਜੀ, ਜੋ ਤੁਸੀਂ ਇਸ ਵੇਲੇ ਸਕਰੀਨ ਤੇ ਦੇਖ ਪਾ ਰਹੇ ਹੋ, ਜੋ ਮੌਜੂਦਾ ਸ੍ਰੀ ਅਕਾਲ ਤਖਤ ਸਾਹਿਬ ਹੈ, ਉਹਦੇ ਬਿਲਕੁਲ ਉੱਪਰ ਜੋ ਪਿਆ ਹੈ ਜੂਨ 1984 ਵਾਲਾ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ, ਉਹ ਐਸਾ ਮਾਡਲ ਹੈ ਜੋ ਮੇਰੇ ਦਿਲ ਨੂੰ ਹਮੇਸ਼ਾ ਹੀ ਛੂਹ ਜਾਂਦਾ ਹੈ। ਕਿਉਂਕਿ ਸਾਰੇ ਹੀ ਮਾਡਲ ਬਹੁਤ ਅਦਬ ਸਤਿਕਾਰ ਸਹਿਤ ਬੜੇ ਪਿਆਰ ਨਾਲ ਮੈਂ ਬਣਾਏ ਹੈ, ਲੇਕਿਨ ਭਾਵੁਕ ਹੋ ਜਾਂਦਾ ਮੈਂ ਉਹ ਦ੍ਰਿਸ਼ ਨੂੰ ਦੇਖ ਕੇ, ਜਿਹਦੇ ਵਿੱਚ ਕਿ ਸੈਂਕੜੇ ਸ਼ਹੀਦਾਂ ਬੱਚਿਆਂ ਨੇ, ਸਿੰਘਾਂ ਨੇ, ਬਜ਼ੁਰਗਾਂ ਨੇ, ਸਾਡੀਆਂ ਮਾਤਾਵਾਂ ਨੇ ਸ਼ਹੀਦੀਆਂ ਪਾਈਆਂ ਅਤੇ ਹੋਰ ਸੂਰਬੀਰ ਯੋਧਿਆਂ ਨੇ ਵੀ ਸ਼ਹੀਦੀਆਂ ਪਾਈਆਂ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਇਸ ਤਰ੍ਹਾਂ ਦਾ ਸਮਾਂ ਕਦੇ ਵੀ ਦੁਬਾਰਾ ਨਾ ਬਣੇ ਕਿ ਸਾਡੇ ਪੰਥ 'ਤੇ ਐਸੀ ਭੀੜ ਪਵੇ। ਸੋ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਕਰੀਦੀ ਹੈ ਕਿ ਇਸੇ ਤਰ੍ਹਾਂ ਦੀਆਂ ਕਲਾਕਿਰਤਾਂ ਬਣਾਈਏ ਅਤੇ ਜਿਹਦੇ ਨਾਲ ਕਿ ਸਾਡਾ ਯੂਥ ਜੋ ਗੁਰਮਤਿ ਵੱਲ ਜੁੜੇ, ਗੁਰੂ ਕੇ ਇਤਿਹਾਸ ਨਾਲ ਜੁੜੇ ਅਤੇ ਗੁਰੂ ਕੀ ਬਾਣੀ ਜਪੇ। ਹੱਥ ਕੰਬਦੇ ਸੀਗੇ ਜਦੋਂ 1984 ਵਾਲਾ ਮਾਡਲ ਬਣਾਇਆ? ਅੱਖਾਂ ਕਿਸ ਤਰ੍ਹਾਂ ਨਮ ਸੀਗੀਆਂ? ਕਿਸ ਤਰ੍ਹਾਂ ਸੀਗਾ? ਕੀ ਉਸ ਟਾਈਮ 'ਤੇ ਮਹਿਸੂਸ ਹੋ ਰਿਹਾ ਸੀਗਾ? ਕਿਉਂਕਿ ਬਹੁਤ ਨਸਲਕੁਸ਼ੀ ਦਾ ਜਿਹੜਾ ਸ਼ਿਕਾਰ ਹੋਇਆ ਸੀਗਾ, ਲੋਕ ਕਹਿੰਦੇ ਸੀਗੇ ਪਰਿਕਰਮਾ ਪੂਰੀ ਖੂਨ ਨਾਲ ਭਰੀ ਪਈ ਸੀਗੀ। ਕਿਸ ਤਰ੍ਹਾਂ ਫਿਰ ਉਹ ਕਿਸ ਤਰ੍ਹਾਂ ਦਾ ਦਿਮਾਗ 'ਚ ਚੱਲਿਆ ਉਸ ਟਾਈਮ? ਬਿਲਕੁਲ ਜੀ, ਇਹ ਇੱਕ ਐਸਾ ਦਰਦਨਾਕ ਦ੍ਰਿਸ਼ ਸੀਗਾ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਮੇਰੇ ਤੋਂ ਬਿਆਨ ਨਹੀਂ ਹੋ ਪਾ ਰਿਹਾ ਕਿ ਉੱਥੇ ਛੋਟੇ ਛੋਟੇ ਕੁਝ ਕੁ ਮਹੀਨੇ ਬੱਚਿਆਂ ਨੂੰ ਵੀ ਪਿੱਲਰਾਂ ਦੇ ਨਾਲ ਮਾਰ ਮਾਰ ਕੇ ਪਟਕ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ। ਲੇਕਿਨ ਇਹ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਜਿਹੜੇ ਲੋਕ ਇਹਦੇ ਜ਼ਿੰਮੇਦਾਰ ਨੇ, ਪਰਮਾਤਮਾ ਉਹਨਾਂ ਨੂੰ ਸਮੱਤ ਸੋਝੀ ਬਖਸ਼ਿਸ਼ ਕਰੇ। ਇਹੋ ਜਿਹਾ ਕਿਸੇ ਵੀ ਧਾਰਮਿਕ ਅਦਾਰੇ 'ਤੇ, ਦੁਨੀਆ ਦੇ ਕਿਸੇ ਵੀ ਧਾਰਮਿਕ ਅਦਾਰੇ 'ਤੇ ਕਦੇ ਨਾ ਭਾਣਾ ਵਾਪਰੇ। ਅਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਚੜ੍ਹਦੀ ਕਲਾ ਦੇ ਵਿੱਚ ਸਾਡਾ ਪੰਥ ਹੋਵੇ, ਚੜ੍ਹਦੀ ਕਲਾ ਦੇ ਵਿੱਚ ਸਾਡਾ ਦੇਸ਼ ਹੋਵੇ। ਗੁਰਪ੍ਰੀਤ ਜੀ, ਮੈਂ ਫਿਰ ਦੁਬਾਰਾ ਮਾਡਲ 'ਤੇ ਹੀ ਆਵਾਂਗਾ। ਹੁਣ ਇਹ ਮਾਡਲ ਜਿਹੜਾ ਆ, ਕਿਉਂਕਿ ਤੁਹਾਨੂੰ ਵਿਦੇਸ਼ਾਂ 'ਚ ਵੀ ਲੋਕ ਬਹੁਤ ਪਸੰਦ ਕਰਦੇ ਨੇ, ਤੁਹਾਡੇ ਮਾਡਲਸ ਕਾਫੀ ਜਿਹੜੇ ਵਿਦੇਸ਼ਾਂ 'ਚ ਵੀ ਗਏ ਨੇ। ਹੁਣ ਇਹ ਦੇਸ਼ 'ਚ ਰਹੇਗਾ, ਆਪਣੇ ਭਾਰਤ 'ਚ ਰਹੇਗਾ ਮਾਡਲ, ਕਿ ਇਹਨੂੰ ਵਿਦੇਸ਼ 'ਚ ਵੀ ਭੇਜਿਆ ਜਾ ਸਕਦਾ? ਇਹ ਜੋ ਮਾਡਲ ਇੱਥੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਇਹਨੂੰ ਪੈਕ ਕਰਕੇ ਗਲਾਸ ਦੇ ਅੰਦਰ ਸਣੇ ਇਤਿਹਾਸ ਜਿਹੜਾ ਚਾਰੇ ਪਾਸੇ ਵੱਖ-ਵੱਖ ਸਥਾਨਾਂ ਦਾ ਲਿਖਿਆ ਗਿਆ, ਇਹ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦਿਖਾ ਕੇ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਸਿਡਨੀ ਵਿੱਚ ਭੇਜ ਦਿੱਤਾ ਜਾਏਗਾ। ਕਿਉਂਕਿ ਇਹ ਜੋ ਮਾਡਲ ਤਿਆਰ ਕਰਵਾਇਆ ਹੈ, ਜਿਨ੍ਹਾਂ ਨੇ ਸੰਤ ਬਾਬਾ ਸੇਵਾ ਸਿੰਘ ਜੀ 1934 ਦੇ ਵਿੱਚ ਇੱਥੇ ਕਾਰ ਸੇਵਾ ਆਰੰਭ ਕਰਕੇ ਬੜੀਆਂ ਔਖੇ ਤਰੀਕੇ ਦੇ ਨਾਲ ਸਮਿਆਂ ਦੇ ਵਿੱਚ, ਉਹਨਾਂ ਸਮਿਆਂ ਦੇ ਵਿੱਚ ਕਈ ਲੱਖ ਇੱਟਾਂ ਦੀ ਮਦਦ ਦੇ ਨਾਲ, ਸੰਗਤਾਂ ਦੇ ਸਹਿਯੋਗ ਸਦਕਾ, ਇੰਗਲੈਂਡ ਦੀਆਂ ਵੀ ਸੰਗਤਾਂ ਨੇ
ਹੁਮ ਹੁਮਾ ਕੇ ਸੇਵਾ ਪਾਈ ਸੀ। ਉਹਨਾਂ ਨੇ ਇਮਾਰਤਾਂ ਤਿਆਰ ਕਰਾਈਆਂ ਸੀ, ਉਹਨਾਂ ਦੇ ਹੀ ਪਰਿਵਾਰ ਵੱਲੋਂ ਇਹ ਸੇਵਾ ਮੇਰੇ ਲੇਖੇ ਲਾਈ ਗਈ ਸੀਗੀ ਅਤੇ ਇਹ ਉਹਨਾਂ ਨੂੰ ਆਸਟ੍ਰੇਲੀਆ ਭੇਜ ਦਿੱਤਾ ਜਾਏਗਾ। ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਵੀ ਸੰਗਤਾਂ ਦਰਸ਼ਨ ਦੀਦਾਰੇ ਕਰਨਗੀਆਂ। ਇੱਕ ਵਾਰੀ ਡਿਟੇਲ 'ਚ ਦੱਸ ਸਕਦੇ ਹੋ ਕਿ ਸਾਰੀ ਜਿਹੜਾ ਬਣਾਇਆ ਗਿਆ ਹੈ, ਕੀ ਸਾਰਾ ਕੁਝ ਬਣਾਇਆ ਗਿਆ ਇਹਦੇ ਵਿੱਚ? ਇਹ ਜੋ ਤੁਸੀਂ ਦੇਖ ਪਾ ਰਹੇ ਹੋ ਦਰਸ਼ਨੀ ਜੋੜੀ ਹੈ, ਪੁਰਾਤਨ ਦਰਸ਼ਨੀ ਜੋੜੀ, ਕਿਉਂਕਿ ਜੋ ਪੁਰਾਤਨ ਦਰਸ਼ਨੀ ਜੋੜੀ ਇਸ ਸਥਾਨ ਦੀ ਇਹ ਹੈ, ਇੱਕ ਦੂਸਰੇ ਪਾਸੇ ਇਹਦੇ ਓਪੋਜਿਟ ਇੱਕ ਉੱਚੇ ਥਾਂ 'ਤੇ ਬਣੀ ਹੋਈ ਹੈ, ਉਹ ਨਵੀਂ ਬਣੀ ਹੈ। ਲੇਕਿਨ ਜੋ ਪੁਰਾਤਨ ਆਰੰਭਤਾ ਦੇ ਵਿੱਚ ਬਣੀ ਸੀ ਇਹ ਪੁਰਾਤਨ ਦਰਸ਼ਨੀ ਜੋੜੀ ਹੈ। ਉਹਦੇ ਨਾਲ ਹੀ ਇਹ ਬੋਲੀ ਸਾਹਿਬ ਦਾ ਖੂਹ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਤੇ, ਪੌੜੀਆਂ ਚੜ੍ਹ ਕੇ ਉਸ ਤੋਂ ਬਾਅਦ ਇਹ ਬੋਲੀ ਸਾਹਿਬ ਜਿੱਥੇ ਵੀ ਸੰਗਤਾਂ ਜਾਂਦੀਆਂ ਹੋਣੀਆਂ ਸਭ ਨੂੰ ਪਤਾ ਹੈ, ਇੱਥੇ 132 ਪੌੜੀਆਂ ਥੱਲੇ ਉਤਰ ਕੇ ਜਾ ਕੇ ਇਹ ਖੂਹ ਆਉਂਦਾ ਹੈ। ਉਹਦੇ ਨਾਲ ਹੀ ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ, ਉਹਦਾ ਸਮੁੱਚਾ ਇਤਿਹਾਸ ਵੀ ਇੱਥੇ ਮਿਨੀਏਚਰ ਰੂਪ ਦੇ ਵਿੱਚ ਲਿਖਿਆ ਗਿਆ ਹੈ। ਉਹਦੇ ਨਾਲ ਹੀ ਇਹ ਗੁਰਦੁਆਰਾ ਸਾਹਿਬ ਜੋ ਕਿ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਦੇ ਗੁਰਦੁਆਰਾ ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ ਜੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਬਹੁਤ ਸਾਰਾ ਇਤਿਹਾਸ, ਕਿਉਂਕਿ ਦਸ਼ਮੇਸ਼ ਪਿਤਾ ਜੀ 1699 ਦੇ ਵਿੱਚ ਇੱਥੇ ਆਏ ਸਨ। ਇਸੇ ਹੀ ਪਵਿੱਤਰ ਅਸਥਾਨ 'ਤੇ ਉਸ ਵੇਲੇ ਮੁਗਲਾਂ ਨੇ ਚੜ੍ਹਾਈ ਕੀਤੀ ਸੀ, ਘੇਰਾ ਪਾਇਆ ਸੀਗਾ। ਇੱਥੇ ਹੀ ਪਵਿੱਤਰ ਸਥਾਨ ਤੋਂ ਜਾ ਕੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੇਸਗੜ੍ਹ ਸਾਹਿਬ ਜੀ ਧਰਤੀ 'ਤੇ ਤੰਬੂ ਲਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀਗੀ। ਇਸੇ ਪਵਿੱਤਰ ਸਥਾਨ ਤੋਂ ਸਾਰੇ ਇਤਿਹਾਸ ਬਹੁਤ ਸਾਰੇ ਜੁੜੇ ਹੋਏ ਨੇ ਅਤੇ ਬਹੁਤ ਹੀ ਮਹਾਨਤਾ ਹੈ। ਮੈਂ ਚਾਹੁੰਦਾ ਕਿ ਇਹ ਇਤਿਹਾਸ ਦੇਸ਼ ਦੁਨੀਆ ਦੀਆਂ ਸੰਗਤਾਂ ਤਾਈਂ ਪਹੁੰਚੇ। ਹੋਰ ਵੀ ਦੇਸ਼ ਦੁਨੀਆ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਸੇਵਾਵਾਂ ਮੇਰੇ ਲਾਇਕ ਲਾਉਣਾ ਚਾਹੁੰਦਾ ਹੋਵੇ ਅਤੇ ਮੈਂ ਹਰ ਟਾਈਮ ਤਤਪਰ ਹਾਂ। ਮੇਰਾ ਲਾਸਟ ਕੁਐਸਚਨ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸਰਵਉੱਚ ਮੰਨੀ ਜਾਂਦੀ ਹੈ ਸਿੱਖ ਕੌਮ ਦੀ, ਜਿਹੜੀ ਪਾਰਲੀਮੈਂਟ ਜਿਹੜੀ ਮੰਨੀ ਜਾਂਦੀ ਹੈ, ਕੀ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨਹੀਂ ਕੀਤੇ ਜਾਂਦੇ? ਤੁਹਾਨੂੰ ਕਦੀ ਬੁਲਾ ਕੇ ਆ ਨਹੀਂ ਕਿਹਾ ਜਾਂਦਾ ਕਿ ਇਸ ਤਰ੍ਹਾਂ ਦੇ ਮਾਡਲ ਤਿਆਰ ਕੀਤੇ ਜਾਣ, ਤਾਂ ਜੋ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਇੰਟਰਵਿਊ 'ਚ ਕਹਿ ਰਹੇ ਸੀ ਕਿ ਤੁਸੀਂ ਚਾਹੁੰਦੇ ਹੋ ਕਿ ਮਿਊਜ਼ੀਅਮ ਤਿਆਰ ਕੀਤਾ ਜਾਵੇ ਜਿਸ 'ਚ ਸਾਰੇ ਗੁਰਧਾਮ ਪਏ ਹੋਣ? ਕਿਉਂਕਿ ਜੇਕਰ ਸਾਨੂੰ ਪੁੱਛਿਆ ਜਾਵੇ ਤਾਂ ਸ਼ਾਇਦ ਸਾਨੂੰ ਵੀ ਨਾ ਪਤਾ ਹੋਵੇ ਕਿ 10 ਗੁਰੂ ਸਾਹਿਬਾਨਾਂ ਦੇ ਜਨਮ ਸਥਾਨ ਕਿੱਥੇ ਕਿੱਥੇ ਨੇ। ਲੇਕਿਨ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਨੌਜਵਾਨ ਪੀੜ੍ਹੀ ਨੂੰ ਇਹਦੀ ਸੇਧ ਦੇਣ ਵਾਸਤੇ ਇੱਕ ਮਿਊਜ਼ੀਅਮ ਤਿਆਰ ਕਰਨ ਦੀ ਲੋੜ ਹੈ, ਔਰ ਸ਼੍ਰੋਮਣੀ ਕਮੇਟੀ ਨੂੰ ਇਹਦੇ ਉੱਤੇ ਜ਼ਰੂਰ ਕੋਈ ਨਾ ਕੋਈ ਕਦਮ ਚੁੱਕਣਾ ਚਾਹੀਦਾ। ਦੇਖੋ ਜੀ, ਗੁਰੂ ਸਾਹਿਬ ਦੀ ਕਿਰਪਾ ਸਦਕਾ ਜਦੋਂ ਵੀ ਮੈਂ ਵਰਲਡ ਵਾਈਡ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਵਿਚਰਦਾ ਹਾਂ, ਇੰਗਲੈਂਡ ਦੇ ਵਿੱਚ, ਜਰਮਨੀ, ਫਰਾਂਸ, ਇਟਲੀ ਜਾਂ ਸਿੰਗਾਪੁਰ, ਮਲੇਸ਼ੀਆ ਦੇ ਵਿੱਚ, ਕੈਨੇਡਾ ਦੇ ਵਿੱਚ, ਤਾਂ ਸੰਗਤਾਂ ਸਵਾਲ ਕਰਦੀਆਂ ਨੇ, ਤੁਸੀਂ ਗੁਰੂ ਰਾਮਦਾਸ ਦੀ ਨਗਰੀ 'ਚ ਰਹਿੰਦੇ ਹੋ, ਉੱਥੇ SGPC ਦੁਨੀਆ ਦੀ ਸਰਮੋਰ ਸੰਸਥਾ ਸਿੱਖ ਧਰਮ ਦੀ, ਅਤੇ ਉਹਨਾਂ ਦਾ ਵੀ ਇਹ ਫਰਜ਼ ਬਣਦਾ ਹੈ। ਮੈਂ ਸ਼੍ਰੋਮਣੀ ਕਮੇਟੀ ਨੂੰ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੂੰਗਾ, ਬੇਨਤੀ ਕਰਨਾ ਚਾਹੂੰਗਾ ਕਿ ਅਗਰ ਇਸ ਤਰ੍ਹਾਂ ਦੇ ਧਾਰਮਿਕ ਕਿਲ੍ਹਿਆਂ ਦੇ, ਧਾਰਮਿਕ ਗੁਰਧਾਮਾਂ ਦੇ, ਗੁਰਦੁਆਰਾ ਸਾਹਿਬਾਨਾਂ ਦੇ ਜਿਹੜੇ ਪਾਕਿਸਤਾਨ ਦੇ ਵਿੱਚ ਨੇ, ਚਾਹੇ ਭਾਰਤ ਦੇ ਵਿੱਚ ਨੇ, ਚਾਹੇ ਹੋਰ ਮੁਲਕਾਂ 'ਚ, ਅਗਰ ਕਿਸੇ ਇੱਕ ਅਜਾਇਬ ਘਰ ਦੇ ਵਿੱਚ ਅਸੀਂ ਬਣਾ ਕੇ ਸੁਸ਼ੋਭਿਤ ਕਰੀਏ ਤਾਂ ਸਿੱਖ ਬੱਚਿਆਂ ਲਈ, ਸਾਡੇ ਯੂਥ ਲਈ, ਸਾਡੀ ਜਨਰੇਸ਼ਨ ਲਈ ਇੱਕ ਸਟੱਡੀ ਸੈਂਟਰ, ਸਿੱਖ ਸਟੱਡੀ ਸੈਂਟਰ ਬਣ ਕੇ ਉਭਰੇਗਾ। ਅਤੇ ਇਸ ਤਰ੍ਹਾਂ ਦੇ ਉਪਰਾਲੇ ਨੂੰ ਸਿੱਖ ਜੋ ਸ਼੍ਰੋਮਣੀ ਕਮੇਟੀ ਉਹਨੂੰ ਪਹਿਲ ਦੇਣੀ ਚਾਹੀਦੀ ਹੈ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਕਿਹਾ ਕਿ ਪਿੰਡਾਂ ਜਾ ਕੇ ਲੋਕਾਂ ਨੂੰ ਬੇਅਦਬੀ ਅਤੇ ਹੋਰ ਚੀਜ਼ਾਂ ਵਾਸਤੇ ਜਿਹੜਾ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ। ਕੀ ਲੱਗਦਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਰਨੀਆਂ ਚਾਹੀਦੀਆਂ ਤਾਂ ਜੋ ਕਿ ਬੱਚਿਆਂ ਨੂੰ ਪਤਾ ਲੱਗ ਸਕੇ? ਛੋਟੇ ਬੱਚਿਆਂ ਨੂੰ ਮੇਰੇ ਖਿਆਲ ਨਾਲ 10 ਗੁਰੂਆਂ ਦਾ ਨਾਮ ਨਹੀਂ ਸ਼ਾਇਦ ਚੇਤਾ ਹੋਣਗੇ। ਬਿਲਕੁਲ ਜੀ, ਇਸ ਕੰਮ ਲਈ ਤਾਂ ਦੇਖੋ ਸ਼੍ਰੋਮਣੀ ਕਮੇਟੀ ਹਰ ਸਾਲ ਜਾਂ ਹਰ ਮਹੀਨੇ ਅਨਾਊਂਸ ਕਰਦੀ ਕਿ ਇਸ ਸਾਲ ਧਰਮ ਪ੍ਰਚਾਰ ਲਈ ਇੰਨਾ ਬਜਟ ਸੀ ਜਾਂ ਇੰਨਾ ਖਰਚਾ ਸੀ। ਮੈਂ ਚਾਹੁੰਦਾ ਕੁਛ ਇਸ ਤਰ੍ਹਾਂ ਦੇ ਵੀ ਕਾਰਜ ਕੀਤੇ ਜਾਣ ਜਿਹੜੇ ਆਉਣ ਵਾਲੇ 100 ਸਾਲ ਤਾਈਂ ਸੰਗਤਾਂ ਲਾਹਾ ਲੈ ਸਕਣ। ਤਾਂ ਸ਼੍ਰੋਮਣੀ ਕਮੇਟੀ ਨਾਲ ਮੈਂ ਬੜੀ ਰਾਬਤਾ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਸ਼ਾਇਦ ਅਜੇ ਸਬੱਬ ਨਹੀਂ ਬਣ ਰਿਹਾ। ਪਰ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਗੁਰੂ ਸਾਹਿਬ ਜੀ ਅੱਗੇ, ਕੋਈ ਸਮੱਤ ਸੋਝੀ ਉਹਨਾਂ ਨੂੰ ਬਖਸ਼ਣ ਵਾਹਿਗੁਰੂ ਜੀ, ਅਤੇ ਕੋਈ ਇਹੋ ਜਿਹਾ ਸਮਾਂ ਬਣੇ ਅਤੇ ਅਸੀਂ ਇਸ ਤਰ੍ਹਾਂ ਦੇ ਧਾਰਮਿਕ ਜਿਹੜੀਆਂ ਸਾਡੀਆਂ ਵਿਰਾਸਤਾਂ ਨੇ, ਸਣੇ ਇਤਿਹਾਸ ਸਾਂਭ ਸਕੀਏ। ਸੋ ਇਹ ਸਨ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ, ਜਿਨ੍ਹਾਂ ਵੱਲੋਂ ਲੰਮੇ ਸਮੇਂ ਤੋਂ ਜੋ ਹੈ ਉਹ ਪੇਪਰ ਦੀ ਮਦਦ ਨਾਲ ਬਹੁਤ ਸਾਰੇ ਮਾਡਲਸ ਜਿਹੜੇ ਨੇ ਉਹ ਤਿਆਰ ਕੀਤੇ ਜਾਂਦੇ ਨੇ। ਜੇਕਰ ਗੱਲ ਕੀਤੀ ਜਾਵੇ ਬੀਤੇ ਸਮੇਂ ਦੀ ਤਾਂ ਉਹਨਾਂ ਵੱਲੋਂ ਲਗਾਤਾਰ ਹੀ ਬਹੁਤ ਸਾਰੇ ਮਾਡਲਸ ਜਿਹੜੇ ਨੇ, ਜਿਨ੍ਹਾਂ ਵਿੱਚੋਂ 7 ਅਜੂਬੇ ਜਿਹੜੇ ਨੇ, ਦੇਸ਼ ਦੇ ਅਲੱਗ-ਅਲੱਗ ਕੋਨਿਆਂ 'ਚ ਵਸਦੇ ਹੋਏ 7 ਅਜੂਬੇ ਜਿਹੜੇ ਸੀਗੇ ਉਹ ਪੇਪਰ ਦੀ ਮਦਦ ਨਾਲ ਜੋ ਸੀਗੇ ਉਹ ਤਿਆਰ ਕੀਤੇ ਗਏ ਸੀ। ਉਸ ਤੋਂ ਬਾਅਦ ਉਹਨਾਂ ਦੇ ਦਿਮਾਗ ਦੇ ਵਿੱਚ ਸ਼ਾਇਦ ਸਤਿਗੁਰ ਨੇ ਮਿਹਰ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਜਿਹੜੇ ਮਾਡਲਸ ਜੀ ਉਹ ਜਿਹੜੇ ਬਣਾਉਣੇ ਸ਼ੁਰੂ ਕਰ ਦਿੱਤੇ ਗਏ, ਕਿਉਂਕਿ 10 ਗੁਰੂ ਸਾਹਿਬਾਨ ਦੇ ਜਿਹੜੇ ਜੋ ਜਨਮ ਸਥਾਨ ਨੇ ਉਹ ਵੀ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਜਿਹੜੇ ਉਹ ਤਿਆਰ ਕੀਤੇ ਗਏ। ਅਤੇ 400 ਸਾਲ ਪੁਰਾਣਾ ਜਿਹੜਾ ਸੀਗਾ ਹਰਿਮੰਦਰ ਸਾਹਿਬ, ਜੋ ਜਿਸ ਸਮੇਂ ਜੋ ਗੋਲਡ ਜਿਹੜਾ ਸੀਗਾ ਉਹ 'ਤੇ ਨਹੀਂ ਲੱਗਿਆ ਸੀਗਾ, ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪਹਿਲੇ ਦਾ ਜਿਹੜਾ ਹਰਿਮੰਦਰ ਸਾਹਿਬ ਸੀਗਾ ਉਹਦਾ ਮਾਡਲ ਵੀ ਜਿਹੜਾ ਡਿਟੇਲ ਮਾਡਲ ਜਿਹੜਾ ਸੀਗਾ ਉਹ ਤਿਆਰ ਕੀਤਾ ਗਿਆ। ਦੂਸਰੇ ਪਾਸੇ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਦਾ ਹੁਣ ਇੱਕੋ ਹੀ ਸੁਪਨਾ ਆ ਕਿ ਇੱਕ ਇਸ ਤਰ੍ਹਾਂ ਦਾ ਮਿਊਜ਼ੀਅਮ ਤਿਆਰ ਕੀਤਾ ਜਾਵੇ ਤਾਂ ਜੋ ਕਿ ਸਾਡੀ ਆਉਣ ਵਾਲੀ ਪੀੜ੍ਹੀ ਅਤੇ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ 100 ਸਾਲ ਤੱਕ ਇਸ ਦਾ ਜਿਹੜਾ ਉਹ ਲਾਭ ਲੈ ਸਕੇ, ਅਤੇ ਜੋ ਲੋਕਾਂ ਨੂੰ ਜਿਹੜੀ ਕਈ ਜਿਵੇਂ ਬੱਚੇ ਜਿਹੜੇ ਨੇ ਉਹ ਇਤਿਹਾਸ ਭੁੱਲਦੇ ਜਾਂਦੇ ਨੇ, ਉਹਨਾਂ ਨੂੰ ਉਹਦੇ ਨਾਲ
ਜੋੜਿਆ ਜਾ ਸਕੇ। ਮੈਂ ਜੈਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ, ਅੰਮ੍ਰਿਤਸਰ।